किताब तूफाना दा शाह असवार शहीद करतार सिंह सराभा। लेखक सरदार अजमेर सिंह। भाग 18वां। आवाज़ भाई गुरजंट सिंह रूपोवाली। देश नूं वहीरा। करतार सिंह सराभे दी फुरती ते चुस्ती ਅਤੇ ਭਾਈ ਹਰਨਾਮ ਸਿੰਘ ਉਰਫ ਟੁੰਡੀ ਲਾੜ ਦਾ ਬੰਬ ਹਾਦਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 6-7 ਮਹੀਨਿਆਂ ਅੰਦਰ ਅਮਰੀਕਾ ਤੇ ਕੈਨੇਡਾ ਅੰਦਰਲੇ ਪੰਜਾਬੀਆਂ ਸਿੱਖਾਂ ਦਾ ਵੱਡਾ ਹਿੱਸਾ ਗਦਰ ਪਾਰਟੀ ਦੇ ਝੰਡੇ ਹੇਠ ਲਾਮਬੰਦ ਹੋ ਚੁੱਕਾ ਸੀ। ਇਸ ਤੋਂ ਇਲਾਵਾ ਜਾਪਾਨ, ਚੀਨ, ਮਲਾਇਆ, ਬਰਮਾ, ਸਿਆਮ ਤੇ ਇੰਗਲੈਂਡ ਆਦਿ ਦੇਸ਼ਾਂ ਅੰਦਰ ਵੀ ਗਦਰ ਪਾਰਟੀ ਦਾ ਤਾਣਾ ਬਾਣਾ ਫੈਲ ਗਿਆ ਸੀ। ਬਾਬਾ ਭਕਨਾ ਅਨੁਸਾਰ ਉਸ ਵਕਤ ਗਦਰ ਪਾਰਟੀ ਦੇ ਅਮਰੀਕਨ ਤੇ ਹੋਰ ਦੇਸ਼ਾਂ ਦੇ ਸਾਰੇ ਦੇਸ਼ ਭਗਤਾਂ ਦੀ ਗਿਣਤੀ 10-12 ਹਜ਼ਾਰ ਤੋਂ ਘੱਟ ਨਹੀਂ ਸੀ। ਭਾਵੇਂ ਉਸ ਵੇਲੇ ਅਮਰੀਕਾ ਅੰਦਰ ਭਾਰਤੀਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਦੇਸ਼ਾਂ ਆਇਰਲੈਂਡ, ਰੂਸ, ਚੀਨ, ਮਿਸਰ, ਮੈਕਸੀਕੋ ਆਦਿ ਦੇ ਆਵਾਸੀ ਵੀ ਆਪੋ ਆਪਣੇ ਮੁਲਕਾਂ ਦੀ ਆਜ਼ਾਦੀ ਲਈ ਸਰਗਰਮ ਸਨ, ਪਰ ਗਦਰ ਪਾਰਟੀ ਅਮਰੀਕਾ ਦੀਆਂ ਬਾਕੀ ਸਾਰੀਆਂ ਪਾਰਟੀਆਂ ਨਾਲੋਂ ਅੱਗੇ ਨਿਕਲ ਗਈ ਸੀ। ਹੋਰ ਕੋਈ ਵੀ ਪਾਰਟੀ ਆਵਾਸੀਆਂ ਅੰਦਰ ਇੰਨਾ ਜੋਸ਼ ਨਹੀਂ ਭਰ ਸਕੀ ਸੀ। ਇਸ ਤੋਂ ਗਦਰ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਵਚਨਬੱਧਤਾ, ਲਗਨ, ਕਾਬਲੀਅਤ, ਘਾਲਣਾ ਤੇ ਜਜ਼ਬੇ ਦਾ ਬਾਖੂਬ ਪਤਾ ਲੱਗ ਜਾਂਦਾ ਹੈ। ਮਈ 1914 ਦੇ ਅਖੀਰ ਵਿੱਚ ਭਾਈ ਭਗਵਾਨ ਸਿੰਘ ਪ੍ਰੀਤਮ ਤੇ ਮੌਲਵੀ ਬਰਕਤੁੱਲਾ ਜਾਪਾਨ ਤੋਂ ਅਮਰੀਕਾ ਪਹੁੰਚ ਗਏ। ਉਹ ਸਿੱਧੇ ਸਾਨ ਫਰਾਂਸਿਸਕੋ ਪਹੁੰਚੇ ਅਤੇ ਉੱਥੋਂ ਸਟਾਕਟਨ ਚਲੇ ਗਏ, ਜਿੱਥੇ ਉਹਨਾਂ ਕੁਝ ਦਿਨ ਗੁਰਦੁਆਰਾ ਸਾਹਿਬ ਅੰਦਰ ਆਰਾਮ ਕੀਤਾ। ਉੱਥੇ ਹੀ ਉਹਨਾਂ ਦੀ ਬਾਬਾ ਸੋਹਣ ਸਿੰਘ ਭਕਨਾ ਨਾਲ ਮੁਲਾਕਾਤ ਹੋਈ। ਉਹ ਬਾਬਾ ਜੀ ਦੇ ਨਾਲ ਹੀ ਫਿਰ ਸਾਨ ਫਰਾਂਸਿਸਕੋ ਮੁੜ ਗਏ। ਉਹ ਸਾਰੇ ਜੋਗਾਂਤਰ ਆਸ਼ਰਮ ਵਿੱਚ ਠਹਿਰੇ ਹੋਏ ਸਨ। ਜਦੋਂ ਇੱਕ ਦਿਨ ਭਾਈ ਕਰਤਾਰ ਸਿੰਘ ਸਰਾਭਾ ਹਵਾਈ ਜਹਾਜ਼ ਚਲਾਉਣ ਦੀ ਟ੍ਰੇਨਿੰਗ ਲੈ ਕੇ ਵਾਪਸ ਜੋਗਾਂਤਰ ਆਸ਼ਰਮ ਵਿੱਚ ਆ ਪ੍ਰਗਟ ਹੋਇਆ ਸੀ। ਉਹ ਕੁਝ ਹਫ਼ਤਿਆਂ ਵਿੱਚ ਹੀ ਜਹਾਜ਼ ਉਡਾਉਣਾ ਸਿੱਖ ਆਇਆ ਸੀ। ਕਰਤਾਰ ਸਿੰਘ ਸਰਾਭਾ ਦੀ ਗੈਰ ਹਾਜ਼ਰੀ ਵਿੱਚ ਬਾਬਾ ਭਕਨਾ ਨੇ ਕੈਲੀਫੋਰਨੀਆ ਅੰਦਰ ਫਰਿਜ਼ਨੋ, ਆਪਲੈਂਡ, ਆਕਸਨਾਰਡ ਤੇ ਲਾਸ ਐਂਜਲਸ ਆਦਿ ਥਾਵਾਂ ਤੇ ਜਾ ਕੇ ਮੀਟਿੰਗਾਂ ਕਰਵਾਈਆਂ ਅਤੇ ਪਾਰਟੀ ਦੀਆਂ ਬ੍ਰਾਂਚਾਂ ਕਾਇਮ ਕੀਤੀਆਂ। ਭਾਈ ਭਗਵਾਨ ਸਿੰਘ ਤੇ ਬਰਕਤੁੱਲਾ ਦੇ ਆਉਣ ਨਾਲ ਪਾਰਟੀ ਨੂੰ 2 ਹੋਰ ਊਰਜਾਸ਼ੀਲ ਆਗੂ ਮਿਲ ਗਏ, ਜਿਸ ਨਾਲ ਪਾਰਟੀ ਦੇ ਜਥੇਬੰਦਕ ਕੰਮ ਤੇ ਪ੍ਰਚਾਰ ਵਿੱਚ ਹੋਰ ਤੇਜ਼ੀ ਆ ਗਈ। ਇਸ ਦੇ ਨਾਲ ਹੀ ਭਾਈ ਕਰਤਾਰ ਸਿੰਘ ਸਰਾਭਾ ਵੀ ਵਾਪਸ ਆ ਕੇ ਮੁੜ ਤੋਂ ਪੂਰੇ ਜੋਸ਼ੋ ਖਰੋਸ਼ ਨਾਲ ਪ੍ਰਚਾਰ ਤੇ ਜਥੇਬੰਦਕ ਕਾਰਜਾਂ ਵਿੱਚ ਜੁਟ ਗਿਆ ਸੀ। ਜੂਨ ਦੇ ਮਹੀਨੇ ਭਾਈ ਭਗਵਾਨ ਸਿੰਘ, ਬਰਕਤੁੱਲਾ ਤੇ ਰਾਮਚੰਦਰ ਨੇ ਰਲ ਕੇ ਓਰੇਗਾਨ ਤੇ ਵਾਸ਼ਿੰਗਟਨ ਰਿਆਸਤਾਂ ਦਾ ਤੂਫਾਨੀ ਦੌਰਾ ਕੀਤਾ। ਅਸਟੋਰੀਆ 7 ਜੂਨ, ਵਿਨਾ 9 ਜੂਨ, ਵਾਸ਼ਿੰਗਟਨ ਓਰੇਗਾਨ ਰਿਆਸਤ 11 ਜੂਨ, ਅਰਬਡੀਨ 13 ਜੂਨ, ਸਿਆਟਲ 15 ਜੂਨ ਅਤੇ ਪੋਰਟਲੈਂਡ 14 ਜੂਨ ਵਿੱਚ ਵੱਡੇ ਇਕੱਠ ਹੋਏ, ਜਿਨ੍ਹਾਂ ਚੋਂ ਕੁਝ ਥਾਵਾਂ ਤੇ ਬਾਬਾ ਸੋਹਣ ਸਿੰਘ ਭਕਨਾ ਵੀ ਪਹੁੰਚੇ। 3 ਜੁਲਾਈ ਨੂੰ ਸਟਾਕਟਨ ਵਿਖੇ ਬਹੁਤ ਵੱਡਾ ਇਕੱਠ ਹੋਇਆ। ਇਸ ਕਾਨਫਰੰਸ ਦੀ ਸੂਚਨਾ ਗਦਰ ਦੇ 16 ਤੇ 30 ਜੂਨ ਦੇ ਅੰਕਾਂ ਵਿੱਚ ਦਿੱਤੀ ਗਈ ਸੀ। ਇਸ ਇਕੱਠ ਵਿੱਚ ਕੈਨੇਡਾ ਤੇ ਮੈਕਸੀਕੋ ਤੋਂ ਵੀ ਦੇਸ਼ ਭਗਤ ਸ਼ਾਮਲ ਹੋਏ। ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਅੱਧੀ ਰਾਤ ਤੱਕ ਨਿਰੰਤਰ ਪ੍ਰੋਗਰਾਮ ਚੱਲਦਾ ਰਿਹਾ ਅਤੇ ਸਰੋਤੇ ਪੂਰੇ ਮੰਤਰ ਮੁਗਧ ਹੋ ਕੇ ਬੁਲਾਰਿਆਂ ਨੂੰ ਸੁਣਦੇ ਰਹੇ। ਇਸ ਵਿੱਚ ਭਾਈ ਭਗਵਾਨ ਸਿੰਘ, ਬਰਕਤੁੱਲਾ ਤੇ ਰਾਮਚੰਦਰ ਮੁੱਖ ਬੁਲਾਰੇ ਸਨ। ਇਸੇ ਸਮੇਂ ਦੌਰਾਨ ਪਾਰਟੀ ਦੇ ਗੁਪਤ ਕਮਿਸ਼ਨ ਨੇ ਭਾਰਤ ਅੰਦਰ ਇਨਕਲਾਬੀ ਪ੍ਰਚਾਰ ਤੇ ਜਥੇਬੰਦੀ ਦਾ ਫੈਲਾਅ ਕਰਨ ਬਾਰੇ ਕਾਰਜ ਯੋਜਨਾ ਬਣਾਈ। ਮਈ 1914 ਵਿੱਚ 2 ਹੋਣਹਾਰ ਵਰਕਰਾਂ, ਭਾਈ ਗਾਂਧਾ ਸਿੰਘ ਤੇ ਭਾਈ ਕਰਤਾਰ ਸਿੰਘ ਲਤਾਲਾ ਨੂੰ ਇਸ ਮੰਤਵ ਲਈ ਭਾਰਤ ਭੇਜਿਆ ਗਿਆ। ਉਹਨਾਂ ਨੇ ਭਾਰਤ ਅੰਦਰ ਜਾ ਕੇ ਲੋਕਾਂ ਨਾਲ ਮੁੱਢਲੇ ਸੰਪਰਕ ਬਣਾਉਣੇ ਸਨ ਅਤੇ ਨਾਲ ਹੀ ਅਮਰੀਕਾ ਵਾਂਗੂ ਭਾਰਤ ਅੰਦਰ ਵੀ ਰਾਜਸੀ ਪ੍ਰਚਾਰ ਕਰਨ ਲਈ ਛਾਪਾਖਾਨਾ ਲਾਉਣ ਤੇ ਪਾਰਟੀ ਦਾ ਅੱਡਾ ਭਾਵ ਦਫ਼ਤਰ ਬਣਾਉਣ ਲਈ ਢੁਕਵੀਆਂ ਥਾਵਾਂ ਤੇ ਵਿਅਕਤੀਆਂ ਦੀ ਭਾਲ ਕਰਨੀ ਸੀ। ਜ਼ਾਹਰਾ ਤੌਰ ਤੇ ਜਿਹੜੇ ਕੰਮ ਅਮਰੀਕਾ ਅੰਦਰ ਖੁੱਲ੍ਹੇਆਮ ਹੋ ਰਹੇ ਸਨ, ਉਹ ਭਾਰਤ ਅੰਦਰ ਗੁਪਤ ਤਰੀਕਿਆਂ ਨਾਲ ਹੀ ਹੋ ਸਕਦੇ ਸਨ। ਇਸ ਕਰਕੇ ਇਸ ਕਾਰਜ ਲਈ ਬੰਦਿਆਂ ਦੀ ਚੋਣ ਬਹੁਤ ਸੋਚ ਵਿਚਾਰ ਕੇ ਕੀਤੀ ਗਈ ਸੀ।
ਭਾਈ ਗਾਂਧਾ ਸਿੰਘ ਤੇ ਕਰਤਾਰ ਸਿੰਘ ਲਤਾਲਾ ਨੇ ਬਾਬਾ ਸੋਹਣ ਸਿੰਘ ਭਕਨਾ ਤੇ ਕਰਤਾਰ ਸਿੰਘ ਸਰਾਭਾ ਨਾਲ ਰਲ ਕੇ ਕੈਲੀਫੋਰਨੀਆ ਅੰਦਰ ਜਥੇਬੰਦੀ ਉਸਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਹਨਾਂ ਦੀ ਇਸ ਗੁਣ ਯੋਗਤਾ ਨੂੰ ਦੇਖ ਕੇ ਹੀ ਉਹਨਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਸੀ। ਵਿਉਂਤ ਮੁਤਾਬਕ ਭਾਰਤ ਅੰਦਰ ਛਾਪੇਖਾਨੇ ਤੇ ਦਫ਼ਤਰ ਦਾ ਕੰਮ ਚਾਲੂ ਹੋ ਜਾਣ ਤੋਂ ਬਾਅਦ ਢੁਕਵੇਂ ਮੌਕੇ ਤੇ ਬਾਬਾ ਸੋਹਣ ਸਿੰਘ ਭਕਨਾ ਤੇ ਭਾਈ ਕਰਤਾਰ ਸਿੰਘ ਸਰਾਭਾ ਨੇ ਦੇਸ਼ ਅੰਦਰ ਜਾ ਕੇ ਸਾਰੇ ਕੰਮ ਦੀ ਕਮਾਨ ਸੰਭਾਲ ਲੈਣੀ ਸੀ। ਭਾਈ ਹਰਨਾਮ ਸਿੰਘ ਦਾ ਬੰਬ ਹਾਦਸਾ। ਉਧਰ ਇਸੇ ਦੌਰਾਨ ਬੰਬ ਦੀ ਪਰਖ ਕਰਦਿਆਂ ਭਾਈ ਹਰਨਾਮ ਸਿੰਘ ਕੋਟਲਾ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਇਸ ਬਾਰੇ ਗੁਰਚਰਨ ਸਿੰਘ ਸੈਂਸਰਾ ਨੇ ਭਾਈ ਹਰਨਾਮ ਸਿੰਘ ਨਾਲ ਹੋਈ ਗੱਲਬਾਤ ਦਾ ਵੇਰਵਾ ਇੰਜ ਦਿੱਤਾ ਹੈ। ਅਮਰੀਕਾ ਦੇ ਉਸ ਵੇਲੇ ਦੇ ਕਾਨੂੰਨ ਅਨੁਸਾਰ ਕੋਈ ਗੈਰ ਅਮਰੀਕਨ ਉਥੋਂ ਦੀ ਹਕੂਮਤ ਦੇ ਖਿਲਾਫ ਪ੍ਰਚਾਰ ਨਹੀਂ ਕਰ ਸਕਦਾ ਸੀ, ਨਾ ਹੀ ਅਮਰੀਕਾ ਦੀਆਂ ਰਾਜਸੀ ਪਾਰਟੀਆਂ ਦਾ ਮੈਂਬਰ ਬਣ ਸਕਦਾ ਜਾਂ ਇਹਨਾਂ ਪਾਰਟੀਆਂ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈ ਸਕਦਾ ਸੀ। ਅਮਰੀਕਾ ਵਿੱਚ ਕੋਈ ਪ੍ਰਵਾਸੀ ਆਪਣੇ ਦੇਸ਼ ਦੀ ਹਕੂਮਤ ਨੂੰ ਉਲਟਾਉਣ ਲਈ ਅਮਰੀਕਾ ਦੀ ਧਰਤੀ ਉੱਪਰ ਹਥਿਆਰ ਜਮ੍ਹਾਂ ਨਹੀਂ ਕਰ ਸਕਦਾ ਸੀ ਤੇ ਨਾ ਹੀ ਜੰਗ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਬਣਾ ਜਾਂ ਆਪਣੇ ਦੇਸ਼ ਨੂੰ ਭੇਜ ਸਕਦਾ ਸੀ। ਇਸ ਤਰ੍ਹਾਂ ਗਦਰ ਪਾਰਟੀ ਵੱਲੋਂ ਹਥਿਆਰ ਜਮ੍ਹਾਂ ਕਰਨਾ ਜਾਂ ਇਹਨਾਂ ਦੀ ਵਰਤੋਂ ਕਰਨ ਦੀ ਸਿਖਲਾਈ ਹਾਸਲ ਕਰਨਾ ਅਮਰੀਕਨ ਕਾਨੂੰਨ ਦੀ ਉਲੰਘਣਾ ਸੀ। ਇਸ ਦਾ ਪਤਾ ਲੱਗ ਜਾਣ ਪਰ ਸਬੰਧਤ ਵਿਅਕਤੀਆਂ ਉੱਪਰ ਮੁਕੱਦਮੇ ਚੱਲ ਸਕਦੇ ਸਨ ਤੇ ਉਹਨਾਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਮਿਲ ਸਕਦਾ ਸੀ। ਇਸ ਦੇ ਨਾਲ ਹੀ ਸਾਰੀ ਗਦਰ ਪਾਰਟੀ ਨੂੰ ਗੈਰ ਕਾਨੂੰਨੀ ਕਰਾਰ ਦੇ ਕੇ ਇਸ ਦੇ ਖਿਲਾਫ ਸਖਤ ਕਾਰਵਾਈ ਹੋ ਸਕਦੀ ਸੀ। ਇਸ ਕਰਕੇ ਇਹ ਸਾਰਾ ਕੰਮ ਬਹੁਤ ਹੀ ਖੁਫੀਆ ਤਰੀਕੇ ਨਾਲ ਕਰਨਾ ਪੈਣਾ ਸੀ। ਪਰ ਗਦਰ ਪਾਰਟੀ ਨੂੰ ਇੱਕ ਗੱਲ ਦਾ ਫਾਇਦਾ ਸੀ ਕਿ ਅਮਰੀਕਾ ਵਿੱਚ ਹਥਿਆਰ ਆਦਿ ਰੱਖਣ ਉੱਤੇ ਪਾਬੰਦੀ ਜਾਂ ਕੋਈ ਖਾਸ ਨਿਗਰਾਨੀ ਨਹੀਂ ਸੀ। ਰਵਾਇਤ ਮੁਤਾਬਕ ਅਮਰੀਕਨ ਲੋਕ ਬਿਨਾਂ ਰੋਕ ਟੋਕ ਤੋਂ ਹਥਿਆਰ ਰੱਖ ਸਕਦੇ ਤੇ ਆਪਣੇ ਨਿੱਜੀ ਹਿੱਤਾਂ ਲਈ ਇਹਨਾਂ ਦੀ ਖੁੱਲ੍ਹੀ ਵਰਤੋਂ ਕਰ ਸਕਦੇ ਸਨ। ਸਿਰਫ ਰਾਜਸੀ ਉਦੇਸ਼ਾਂ ਲਈ ਵਰਤੋਂ ਕਰਨੀ ਮਨ੍ਹਾ ਸੀ। ਗਦਰ ਪਾਰਟੀ ਨੇ ਪੂਰੀ ਚੌਕਸੀ ਵਰਤਦਿਆਂ ਇਸ ਖੁੱਲ੍ਹ ਦਾ ਫਾਇਦਾ ਲੈਣ ਦਾ ਨਿਰਣਾ ਕੀਤਾ। ਸਾਨ ਫਰਾਂਸਿਸਕੋ ਵਿੱਚ ਇੱਕ ਜੈਕ ਨਾਮੀ ਅਮਰੀਕਨ ਗੋਰਾ ਹਿੰਦੁਸਤਾਨ ਦੀ ਆਜ਼ਾਦੀ ਦਾ ਬੜਾ ਖਾਹਿਸ਼ਮੰਦ ਸੀ। ਉਹ ਹਿੰਦੁਸਤਾਨ ਦੇ ਗਦਰੀ ਦੇਸ਼ ਭਗਤਾਂ ਦਾ ਬੜਾ ਯਾਰ ਸੀ। ਸਾਨ ਫਰਾਂਸਿਸਕੋ ਵਿੱਚ ਉਹ ਬੜਾ ਮੰਨਿਆ ਦੰਨਿਆ ਆਦਮੀ ਸੀ। ਉਹ ਗਦਰ ਪਾਰਟੀ ਦੇ ਕੰਮਾਂ ਵਿੱਚ ਨਾ ਸਿਰਫ ਹਮਦਰਦੀ ਰੱਖਦਾ ਸੀ, ਸਗੋਂ ਪਾਰਟੀ ਦੇ ਉੜੇ ਥੋੜੇ ਕੰਮ ਵੀ ਕਰਦਾ ਸੀ। ਉਸ ਨੇ ਪਾਰਟੀ ਦੇ ਕਈ ਜਾਨ ਜੋਖੋਂ ਦੇ ਕੰਮ ਵੀ ਕੀਤੇ ਤੇ ਗਦਰ ਲਹਿਰ ਦੀ ਸਹਾਇਤਾ ਕਰਨ ਲਈ ਉਹ ਖੁਦ ਗਦਰੀ ਦੇਸ਼ ਭਗਤਾਂ ਨਾਲ ਹਿੰਦੁਸਤਾਨ ਵਿੱਚ ਵੀ ਆਇਆ। ਪਰ ਹਿੰਦ ਸਰਕਾਰ ਨੇ ਉਸ ਨੂੰ ਗ੍ਰਿਫਤਾਰ ਕਰਕੇ ਵਾਪਸ ਅਮਰੀਕਾ ਭੇਜ ਦਿੱਤਾ। ਪਾਰਟੀ ਲੀਡਰਾਂ ਦਾ ਉਹ ਇੱਕ ਚੰਗਾ ਸਲਾਹਕਾਰ ਵੀ ਸੀ। ਮਈ 1914 ਵਿੱਚ ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਹਵਾਈ ਜਹਾਜ਼ ਦਾ ਕੰਮ ਸਿੱਖਣ ਲਈ ਚਲਿਆ ਗਿਆ ਤਾਂ ਬਾਬਾ ਹਰਨਾਮ ਸਿੰਘ ਨੇ ਇਸ ਭੱਦਰ ਪੁਰਸ਼ ਨਾਲ ਬੰਬ ਬਣਾਉਣ ਦੀ ਜਾਂਚ ਸਿੱਖਣ ਬਾਰੇ ਗੱਲ ਕੀਤੀ। ਉਹ ਝਟਪਟ ਮੰਨ ਗਿਆ ਤੇ ਸਲਾਹ ਕੀਤੀ ਕਿ ਦੋਵੇਂ ਜਣੇ ਸ਼ਹਿਰੋਂ ਬਾਹਰ 30-40 ਮੀਲ ਦੂਰ ਜੰਗਲ ਵਿੱਚ ਜਾ ਕੇ ਇਹ ਕੰਮ ਕਰਨ। ਅਗਲੇ ਦਿਨ ਮਿਸਟਰ ਜੈਕ ਸਭ ਲੋੜੀਂਦਾ ਸਮਾਨ ਖਰੀਦ ਕੇ ਲੈ ਆਇਆ। ਦੋਹਾਂ ਨੇ ਆਪਣੇ ਬਿਸਤਰੇ ਲਏ ਤੇ ਗੱਡੀ ਪੁਰ ਚੜ੍ਹ ਕੇ ਦੂਰ ਜੰਗਲਾਂ ਵਿੱਚ ਮੌਜੂਦ ਇੱਕ ਸਟੇਸ਼ਨ ਤੇ ਜਾ ਉਤਰੇ। ਹੋਟਲ ਵਿੱਚ ਇੱਕ ਕਮਰਾ ਕਿਰਾਏ ਤੇ ਲੈ ਕੇ ਡੇਰੇ ਲਾ ਦਿੱਤੇ। ਖਾਣਾ ਖਾਣ ਤੋਂ ਬਾਅਦ ਹੋਟਲ ਦੇ ਕਮਰੇ ਵਿੱਚ ਹੀ ਬੈਠ ਕੇ ਮਿਸਟਰ ਜੈਕ ਨੇ ਬੰਬਾਂ ਦਾ ਸਮਾਨ ਖੋਲ੍ਹਿਆ ਤੇ ਝਟਪਟ ਮਸਾਲਾ ਤਿਆਰ ਕਰ ਲਿਆ। 2 ਬੰਬ ਬਣਾਏ ਗਏ। ਇੱਥੇ ਜੰਗਲ ਪਹਾੜੀ ਸੀ। ਜੰਗਲ ਵਿੱਚ ਜਾ ਕੇ ਇੱਕ ਖੱਡ ਵਿੱਚ ਉਤਰੇ ਤੇ ਸੰਘਣੀ ਥਾਂ ਜਾ ਕੇ ਉਹਨਾਂ ਨੂੰ ਚਲਾ ਕੇ ਵੇਖਿਆ। ਤਜਰਬਾ ਕਾਮਯਾਬ ਰਿਹਾ। ਬਹੁਤ ਤਾਕਤਵਰ ਬੰਬ ਸਨ। ਜਿੱਥੇ ਡਿੱਗੇ ਉਥੋਂ ਬਹੁਤ ਸਾਰੀ ਥਾਂ ਤੇ ਨਾਲ ਹੀ ਦਰਖਤ ਉਡਾ ਦਿੱਤਾ। ਲਾਗੇ ਚਾਗਿਓਂ ਘਾਹ ਬੂਟ ਝੁਲਸਿਆ ਗਿਆ। ਉਪਰੰਤ ਉਹ ਵਾਪਸ ਹੋਟਲ ਵਿੱਚ ਆ ਗਏ। ਅਗਲੇ ਦਿਨ ਮਿਸਟਰ ਜੈਕ ਦੇ ਸਾਹਮਣੇ ਬਾਬਾ ਹਰਨਾਮ ਸਿੰਘ ਨੇ ਆਪ ਮਸਾਲਾ ਰਲਾਇਆ ਤੇ ਬੰਬਾਂ ਵਿੱਚ ਭਰਿਆ ਤੇ ਉਵੇਂ ਕਿਵੇਂ 2 ਬੰਬ ਆਪਣੇ ਹੱਥੀਂ ਤਿਆਰ ਕੀਤੇ। ਦੁਪਹਿਰ ਤੋਂ ਬਾਅਦ ਇੱਕ ਟੋਕਰੀ ਵਿੱਚ ਪਾ ਕੇ ਉਹ ਪਹਿਲੀ ਥਾਂ ਪੁਰ ਹੀ ਜੰਗਲ ਵਿੱਚ ਗਏ।
ਹੇਠਾਂ ਖੱਡ ਵਿੱਚ ਉਤਰ ਕੇ ਇੱਕ ਵੱਡੀ ਸਾਰੀ ਚਟਾਨ ਦੇ ਪਾਸ ਟੋਕਰੀ ਰੱਖ ਦਿੱਤੀ ਤੇ ਉਸ ਵਿੱਚੋਂ ਇੱਕ ਬੰਬ ਲੈ ਕੇ ਚਟਾਨ ਦੇ ਦੂਸਰੇ ਬੰਨੇ ਲਿਜਾ ਕੇ ਚਲਾਇਆ। ਸਾਰੇ ਜੰਗਲ ਵਿੱਚ ਇਸ ਦੀ ਗੂੰਜ ਪੈ ਗਈ। ਜਿੱਥੇ ਡਿੱਗਾ ਉੱਥੇ ਕਾਫੀ ਖੱਡਾ ਪੈ ਗਿਆ ਤੇ ਲਾਗੇ ਦੇ ਝਾੜ ਬੂਟ ਲੂਸ ਗਏ। ਕੁਝ ਚਿਰ ਮਗਰੋਂ ਉਹ ਚਟਾਨ ਦੇ ਪਿੱਛੇ ਜਾ ਕੇ ਦੂਸਰਾ ਬੰਬ ਲੈ ਆਏ। ਅਜੇ ਉਹ ਬੰਬ ਲਈ ਹੀ ਆਉਂਦੇ ਸਨ ਕਿ ਇੱਕਦਮ ਹਾਲਟ ਦੀ ਕੜਕਵੀਂ ਆਵਾਜ਼ ਆਈ। ਉਹਨਾਂ ਦੋਹਾਂ ਦਾ ਤਰਾ ਨਿਕਲ ਗਿਆ। ਦੇਖਿਆ ਤਾਂ ਜੰਗਲ ਦਾ ਗੋਰਾ ਚੌਂਕੀਦਾਰ ਪਿਸਤੌਲ ਤਾਣੀ ਖੱਬੇ ਪਾਸਿਓਂ ਵਾਹੋ ਦਾ ਹੀ ਸਿਰ ਤੇ ਚੜ੍ਹਿਆ ਆ ਰਿਹਾ ਸੀ। ਉਹ ਦੋਵੇਂ ਹੈਰਾਨ ਪਰੇਸ਼ਾਨ ਸਨ। ਬੰਬ ਮਿਸਟਰ ਜੈਕ ਦੇ ਹੱਥ ਵਿੱਚ ਸੀ। ਉਸਨੇ ਬੜੇ ਠਰਮੇ ਤੋਂ ਕੰਮ ਲਿਆ ਤੇ ਬੰਬ ਵਾਲਾ ਹੱਥ ਪਿਛਾਂਹ ਕਰਕੇ ਆਪਣੀ ਪਿੱਠ ਉੱਪਰ ਧਰ ਲਿਆ। ਤੁਸੀਂ ਕੌਣ ਹੋ? ਚੌਂਕੀਦਾਰ ਗਰਜਿਆ। ਉਸ ਦੀਆਂ ਅੱਖਾਂ ਵਿੱਚੋਂ ਸਰਕਾਰੀ ਕਹਿਰ ਫੁੱਟ ਰਿਹਾ ਸੀ। ਮੈਂ ਇੱਕ ਕੈਮਿਸਟ ਹਾਂ। ਇੱਕ ਨਵਾਂ ਨੁਸਖਾ ਤਿਆਰ ਕੀਤਾ ਹੈ ਜਿਸ ਦਾ ਤਜਰਬਾ ਇੱਥੇ ਕੀਤਾ ਗਿਆ ਹੈ। ਮਿਸਟਰ ਜੈਕ ਨੇ ਤੁਰੰਤ ਜਵਾਬ ਬਣਾ ਲਿਆ। ਜੰਗਲ ਵਿੱਚ ਅੱਗ ਬਾਲਣਾ ਕਾਨੂੰਨ ਦੇ ਖਿਲਾਫ ਹੈ। ਤੁਸੀਂ ਗ੍ਰਿਫਤਾਰ ਹੋ ਤੇ ਮੈਂ ਤੁਹਾਨੂੰ ਪੁਲਿਸ ਦੇ ਹਵਾਲੇ ਕਰਾਂਗਾ। ਸਾਨੂੰ ਤਾਂ ਇਸ ਗੱਲ ਦਾ ਕੋਈ ਪਤਾ ਨਹੀਂ ਸੀ, ਮਿਸਟਰ ਜੈਕ ਨੇ ਜਵਾਬ ਦਿੱਤਾ। ਤੁਸਾਂ ਆਉਣ ਲੱਗਿਆਂ ਸਟੇਸ਼ਨ ਤੋਂ ਬਾਹਰ ਲੱਗਾ ਹੋਇਆ ਨੋਟਿਸ ਬੋਰਡ ਨਹੀਂ ਪੜ੍ਹਿਆ? ਚੌਂਕੀਦਾਰ ਨੇ ਉਹਨਾਂ ਨੂੰ ਚਿਤਾਰਿਆ। ਅੱਛਾ, ਮੈਂ ਆਪਣੀ ਟੋਕਰੀ ਲੈ ਆਵਾਂ, ਫਿਰ ਤੁਹਾਡੇ ਨਾਲ ਚੱਲਦੇ ਹਾਂ। ਮਿਸਟਰ ਜੈਕ ਨੇ ਚਾਤਰੀ ਤੋਂ ਕੰਮ ਲਿਆ। ਰਾਖੇ ਨੇ ਆਗਿਆ ਦੇ ਦਿੱਤੀ। ਮਿਸਟਰ ਜੈਕ ਚਟਾਨ ਦੇ ਪਿੱਛੇ ਗਏ ਤੇ ਬੰਬ ਉੱਥੇ ਰੱਖ ਕੇ ਟੋਕਰੀ ਚੁੱਕ ਲਿਆਏ। ਬਾਬਾ ਹਰਨਾਮ ਸਿੰਘ ਜੰਗਲ ਦੇ ਰਾਖੇ ਪਾਸ ਹੀ ਖਲੋਤੇ ਰਹੇ ਤੇ ਉਹਨਾਂ ਨੂੰ ਕਹਿੰਦੇ ਰਹੇ ਕਿ ਉਹ ਹੁਣ ਜਾਣ ਦੇਵੇ। ਉਸ ਨੂੰ ਜੰਗਲ ਦੇ ਕਾਨੂੰਨ ਦਾ ਪਤਾ ਨਹੀਂ ਸੀ। ਮਿਸਟਰ ਜੈਕ ਨੇ ਵੀ ਆ ਕੇ ਆਪਣੀ ਅਣਜਾਣਤਾ ਦਰਸਾਉਣ ਦੀ ਬੜੀ ਕੋਸ਼ਿਸ਼ ਕੀਤੀ ਤੇ ਮਿੰਨਤ ਮਾਜ਼ਰਾ ਬਹੁਤ ਕੀਤਾ, ਪਰ ਰਾਖਾ ਆਪਣੇ ਹੱਠ ਪੁਰ ਅੜਿਆ ਰਿਹਾ ਤੇ ਉਹਨਾਂ ਨੂੰ ਨਾਲ ਲੈ ਕੇ ਸੜਕ ਵੱਲ ਨੂੰ ਤੁਰ ਪਿਆ। ਸੜਕ ਦੇ ਪਹੁੰਚਦਿਆਂ ਗੋਰਾ ਚੌਂਕੀਦਾਰ ਧੀਰਾ ਪੈ ਗਿਆ ਤੇ ਉਸ ਨੇ ਉਹਨਾਂ ਨੂੰ ਛੱਡ ਦਿੱਤਾ ਤੇ ਆਖਿਆ ਕਿ ਮੁੜ ਕੇ ਜੰਗਲ ਵਿੱਚ ਆ ਕੇ ਇਹ ਕੰਮ ਨਾ ਕਰਿਆ ਜੀ। ਉਹ ਹੋਟਲ ਵਿੱਚ ਆਏ, ਆਪਣਾ ਸਮਾਨ ਲਿਆ ਤੇ ਗੱਡੀ ਪੁਰ ਚੜ੍ਹ ਕੇ ਰਾਤ ਨੂੰ ਸਾਨ ਫਰਾਂਸਿਸਕੋ ਵਾਪਸ ਜੁਗਾਂਤਰ ਆਸ਼ਰਮ ਵਿੱਚ ਆ ਗਏ। ਜੁਲਾਈ ਦਾ ਮਹੀਨਾ ਚੜ੍ਹ ਪਿਆ। ਹਵਾਈ ਜਹਾਜ਼ ਦਾ ਕੰਮ ਸਿੱਖਦਿਆਂ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਗੁੱਟ ਟੁੱਟ ਗਿਆ, ਜਿਸ ਦੇ ਇਲਾਜ ਵਾਸਤੇ ਉਹਨਾਂ ਨੂੰ ਸੈਕਰਾਮੈਂਟੋ ਹਸਪਤਾਲ ਵਿੱਚ ਦਾਖਲ ਹੋਣਾ ਪਿਆ। 4 ਜੁਲਾਈ ਨੂੰ ਸੈਕਰਾਮੈਂਟੋ ਵਿੱਚ ਗਦਰ ਪਾਰਟੀ ਦਾ ਇੱਕ ਜਲਸਾ ਸੀ। ਉੱਥੇ ਸਾਰੇ ਗਦਰੀ ਲੀਡਰ ਤੇ ਸਥਾਨਕ ਵਰਕਰ ਇਕੱਠੇ ਹੋਏ ਸਨ। ਸ਼ਹੀਦ ਕਰਤਾਰ ਸਿੰਘ ਵੀ ਹਸਪਤਾਲ ਵਿੱਚੋਂ ਉੱਠ ਕੇ ਗੁੱਟਪੁਰ ਪੱਟੀ ਬੰਦੀ ਹੋਈ ਜਲਸੇ ਵਿੱਚ ਆ ਗਏ। ਉੱਥੇ ਸ਼ਹੀਦ ਕਰਤਾਰ ਸਿੰਘ ਤੇ ਬਾਬਾ ਪਿਰਥੀ ਸਿੰਘ ਲਾਲੜੂ ਬਾਬਾ ਹਰਨਾਮ ਸਿੰਘ ਨੂੰ ਕਹਿਣ ਲੱਗੇ ਕਿ ਤੁਸੀਂ ਮਾਸਟਰ ਜੈਕ ਪਾਸੋਂ ਬੰਬਾਂ ਦੀ ਜਾਂਚ ਸਿੱਖ ਲਈ ਹੈ, ਇਸ ਲਈ ਉਹ ਹੁਣ ਇਹਨਾਂ ਦੋਹਾਂ ਨੂੰ ਸਿਖਾ ਦੇਣ। ਉਹਨਾਂ ਤਿੰਨਾਂ ਨੇ ਸਲਾਹ ਕੀਤੀ ਕਿ ਜੰਗਲ ਵਿੱਚ ਜਾਣ ਦੀ ਬਜਾਏ ਕਿਧਰੇ ਆਪਣੀ ਥਾਂ ਜਾ ਕੇ ਇਹ ਕੰਮ ਕੀਤਾ ਜਾਏ। ਜੰਗਲ ਦੇ ਹੱਥ ਉਹਨਾਂ ਨੂੰ ਲੱਗ ਚੁੱਕੇ ਸਨ, ਇਸ ਲਈ ਮਤਾ ਪਕਾਇਆ ਕਿ ਭਾਈ ਸੰਤੋਖ ਸਿੰਘ ਤੇ ਬਾਬਾ ਵਿਸਾਖਾ ਸਿੰਘ ਦਦੇਰ ਦੇ ਫਾਰਮ ਵਿੱਚ ਜਾਇਆ ਜਾਵੇ। ਉਹਨਾਂ ਨੇ ਅਗਲੇ ਦਿਨ ਲੋੜੀ ਦਾ ਸਮਾਨ ਖਰੀਦਿਆ ਤੇ ਭਾਈ ਸੰਤੋਖ ਸਿੰਘ ਦੇ ਫਾਰਮ ਵਿੱਚ ਚਲੇ ਗਏ। ਅੱਗੇ ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਉੱਥੇ ਆਏ ਹੋਏ ਸਨ। ਉੱਥੇ ਬਾਬਾ ਹਰਨਾਮ ਸਿੰਘ ਨੇ ਉਹਨਾਂ ਨੂੰ ਮਸਾਲਾ ਰਲਾਉਣਾ, ਬੰਬਾਂ ਵਿੱਚ ਭਰਨਾ ਤੇ ਪਲੀਤਾ ਫਿੱਟ ਕਰਨਾ ਦੱਸਿਆ ਤੇ ਉਹਨਾਂ ਪਾਸੋਂ ਹੱਥੀਂ ਕੰਮ ਕਰਵਾਇਆ। ਦੋਹਾਂ ਨੇ ਹੀ ਠੀਕ ਤਰੀਕੇ ਨਾਲ ਮਸਾਲਾ ਰਲਾਇਆ, ਭਰਿਆ ਤੇ ਬੰਬ ਤਿਆਰ ਕੀਤੇ। ਉੱਥੇ ਫਾਰਮ ਵਿੱਚ ਹੀ ਉਹਨਾਂ ਨੂੰ ਚਲਾ ਕੇ ਵੇਖਿਆ ਗਿਆ। ਤਜਰਬਾ ਕਾਮਯਾਬ ਸੀ। ਉਪਰੋਕਤ ਉਹ ਦੋਵੇਂ ਸਾਨ ਫਰਾਂਸਿਸਕੋ ਨੂੰ ਗੱਡੀ ਚੜ੍ਹ ਗਏ। ਬਾਬਾ ਹਰਨਾਮ ਸਿੰਘ ਉੱਥੇ ਹੀ ਰਹਿ ਗਏ। ਬੰਬ ਭਰ ਲੈਣ ਤੋਂ ਬਾਅਦ ਕੁਝ ਮਸਾਲਾ ਵਾਧੂ ਬਚ ਰਹਿੰਦਾ ਸੀ। ਮਿਸਟਰ ਜੈਕ ਨੇ ਕਿਹਾ ਸੀ ਕਿ ਇਹ ਵਾਧੂ ਮਸਾਲਾ ਸੁੱਟ ਦੇਣਾ ਚਾਹੀਦਾ ਹੈ। ਬੰਬ ਵਿੱਚ ਭਰਿਆ ਮਸਾਲਾ ਤਾਂ ਫੀਤੇ ਨਾਲ ਹੀ ਚੱਲੇਗਾ, ਫਲੀਤੇ ਤੋਂ ਬਿਨਾਂ ਉਸ ਦੇ ਚੱਲਣ ਦਾ ਕੋਈ ਖਤਰਾ ਨਹੀਂ। ਪਰ ਇਹ ਬਾਹਰ ਪਿਆ ਵਾਧੂ ਮਸਾਲਾ ਕਿਸੇ ਵੇਲੇ ਵੀ ਮਾੜੀ ਮੋਟੀ ਰਗੜ ਨਾਲ ਚੱਲ ਸਕਦਾ ਸੀ। ਇਹ ਖਤਰੇ ਵਾਲੀ ਗੱਲ ਮਿਸਟਰ ਜੈਕ ਨੇ ਬਾਬਾ ਹਰਨਾਮ ਸਿੰਘ ਨੂੰ ਨਹੀਂ ਦੱਸੀ ਸੀ। ਨਾ ਬਾਬਾ ਹਰਨਾਮ ਸਿੰਘ ਨੂੰ ਇਸ ਗੱਲ ਦਾ ਪਤਾ ਸੀ। ਉਹ ਕੋਈ ਕੈਮਿਸਟ ਤਾਂ ਹੈ ਹੀ ਨਹੀਂ ਸਨ। ਇਸ ਲਈ ਜਦ ਫਾਰਮ ਵਿੱਚ ਬੰਬ ਤਿਆਰ ਕੀਤੇ ਗਏ ਤੇ ਵਾਧੂ ਮਸਾਲੇ ਨੂੰ ਸੁੱਟਣ ਲੱਗੇ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਕਿਹਾ ਕਿ ਇਸ ਵਾਧੂ ਹਿੱਸੇ ਨੂੰ ਵੇਖਣਾ ਚਾਹੀਦਾ ਹੈ ਕਿ ਕਿੰਨੀ ਕੁ ਤਾਕਤ ਦਾ ਹੈ।
ਤਾਂ ਜੋ ਇਸ ਤੋਂ ਪੁਲ ਉਡਾਉਣ ਦਾ ਕੰਮ ਲਿਆ ਜਾ ਸਕੇ। ਸ਼ਹੀਦ ਕਰਤਾਰ ਸਿੰਘ ਦੇ ਕਹਿਣਪੁਰ ਬਾਬਾ ਹਰਨਾਮ ਸਿੰਘ ਨੇ ਇਸ ਵਾਧੂ ਮਸਾਲੇ ਨੂੰ ਤਜਰਬੇ ਵਾਸਤੇ ਆਪਣੇ ਪਾਸ ਰੱਖ ਲਿਆ ਸੀ। ਜਦ ਉਹ ਦੋਵੇਂ ਸਾਨ ਫਰਾਂਸਿਸਕੋ ਨੂੰ ਤੁਰ ਗਏ ਤਾਂ ਬਾਬਾ ਹਰਨਾਮ ਸਿੰਘ ਉਸ ਮਸਾਲੇ ਦਾ ਤਜਰਬਾ ਕਰਨ ਲੱਗ ਪਏ। ਉਹ ਮਸਾਲੇ ਨੂੰ ਹੱਥ ਵਿੱਚ ਲੈ ਕੇ ਲੱਡੂ ਜਿਹਾ ਬਣਾ ਰਹੇ ਸਨ ਕਿ ਉਹ ਉੱਥੇ ਹੀ ਫਟ ਗਿਆ। ਬਾਬਾ ਜੀ ਦਾ ਸਾਰਾ ਹੱਥ ਉੱਡ ਗਿਆ ਤੇ ਵੀਣੀ ਦੀ ਹੱਡੀ ਮਾਸ ਉੱਡ ਜਾਣ ਕਰਕੇ ਨੰਗੀ ਹੋ ਗਈ। ਲਹੂ ਦੀਆਂ ਘਰਾਲਾਂ ਵਗ ਤੁਰੀਆਂ। ਬਾਬੇ ਨੂੰ ਅੰਦਰੋਂ ਇੱਕ ਹੀ ਸਦਰ ਉਭਾਸਰੀ, ਇਨਕਲਾਬ ਦਾ ਕੰਮ ਹੁਣ ਕਿਵੇਂ ਕਰਾਂਗਾ। ਬਾਬਾ ਹਰਨਾਮ ਸਿੰਘ ਬਾਂਹ ਵਿੱਚੋਂ ਲਹੂ ਚੋਂਦਿਆਂ ਹੀ ਫਟਾਫਟ ਮਕਾਨ ਨੂੰ ਆਏ। ਅੰਦਰ ਉੱਥੇ ਕੇਵਲ ਬਾਬਾ ਸੋਹਣ ਸਿੰਘ ਭਕਨਾ ਹੀ ਸਨ। ਹਾਏ ਮੇਰਾ ਹੱਥ ਉੱਡ ਗਿਆ। ਅੰਦਰ ਜਾਂਦਿਆਂ ਹੀ ਬਾਬਾ ਹਰਨਾਮ ਸਿੰਘ ਨੇ ਡਾੜ ਮਾਰੀ। ਡਾੜ ਸੁਣ ਕੇ ਬਾਬਾ ਸੋਹਣ ਸਿੰਘ ਬਾਹਰ ਆਏ। ਉਹ ਬਾਂਹ ਨੂੰ ਲਹੂ ਲੁਹਾਨ ਵੇਖ ਕੇ ਚਕਰਿਤ ਰਹਿ ਗਏ। ਰੁਮਾਲ ਲੈ ਕੇ ਵਗਦਾ ਲਹੂ ਰੋਕਣ ਲਈ ਅਰਕ ਤੋਂ ਉੱਪਰ ਕਰਕੇ ਬਾਂਹ ਘੁੱਟ ਕੇ ਬੰਨ੍ਹ ਦਿੱਤੀ, ਪਰ ਲਹੂ ਫਿਰ ਵੀ ਪੂਰਾ ਬੰਦ ਨਾ ਹੋਇਆ। ਭਾਈ ਸੰਤੋਖ ਸਿੰਘ ਨੂੰ ਖੇਤਾਂ ਵਿੱਚ ਕੰਮ ਕਰਦੇ ਨੂੰ ਖਬਰ ਲੱਗੀ। ਉਹ 2-3 ਸਾਥੀਆਂ ਨੂੰ ਲੈ ਕੇ ਭੱਜੇ ਆਏ। ਬਾਬਾ ਜੀ ਨੂੰ 3-4 ਘੁੱਟ ਸ਼ਰਾਬ ਪਿਲਾਈ ਗਈ, ਜਿਸ ਨਾਲ ਗਸ਼ੀ ਆਉਂਦੀ ਆਉਂਦੀ ਰੁਕ ਗਈ। ਘੋੜਾ ਗੱਡੀ ਤਿਆਰ ਕੀਤੀ ਗਈ ਤੇ ਬਾਬਾ ਜੀ ਨੂੰ ਵਿੱਚ ਪਾ ਕੇ ਸਟੇਸ਼ਨਪੁਰ ਲੈ ਗਏ। ਉੱਥੋਂ ਗੱਡੀ ਵਿੱਚ ਚਾੜ ਕੇ ਸਟਾਕਟਨ ਲਿਜਾਇਆ ਗਿਆ। ਸਟੇਸ਼ਨ ਤੋਂ ਟੈਕਸੀ ਕਰਕੇ ਇੱਕ ਬੜੇ ਲਾਇਕ ਡਾਕਟਰ ਪਾਸ ਲੈ ਗਏ। ਡਾਕਟਰ ਨੇ ਮੁਲਾਜ਼ਾ ਕੀਤਾ। ਉਸ ਨੇ ਸ਼ਹਿਰ ਦੇ 5-4 ਹੋਰ ਡਾਕਟਰ ਸੱਦੇ ਤੇ ਉਹਨਾਂ ਨਾਲ ਵੀ ਸਲਾਹ ਕੀਤੀ। ਸਲਾਹ ਮਸ਼ਵਰੇ ਤੋਂ ਬਾਅਦ ਬਾਂਹ ਵੱਢ ਦੇਣ ਦਾ ਫੈਸਲਾ ਹੋਇਆ। ਸ਼ੀਸ਼ੀ ਸੁੰਘਾ ਕੇ ਰਾਤ ਦੇ 10 ਵਜੇ ਅਰਕੋਂ ਹੇਠਾਂ ਬਾਬਾ ਜੀ ਦੀ ਬਾਂਹ ਵੱਢ ਦਿੱਤੀ ਗਈ। ਅਗਲੇ ਦਿਨ ਅਖਬਾਰੀ ਰਿਪੋਰਟਾਂ ਦੇ ਪੁੱਜਣਪੁਰ ਭਾਈ ਸੰਤੋਖ ਸਿੰਘ ਨੇ ਜੋ ਦੱਸਿਆ ਉਹ ਅਮਰੀਕਨ ਅਖਬਾਰਾਂ ਵਿੱਚ ਇਸ ਤਰ੍ਹਾਂ ਛਪਿਆ। 4 ਜੁਲਾਈ ਨੂੰ ਸੈਕਰਾਮੈਂਟੋ ਲਾਗੇ ਇੱਕ ਫਾਰਮ ਵਿੱਚ ਬਹੁਤ ਸਾਰੇ ਹਿੰਦੂ ਅਮਰੀਕਾ ਦੀ ਆਜ਼ਾਦੀ ਦਾ ਜਸ਼ਨ ਮਨਾ ਰਹੇ ਸਨ। ਆਤਿਸ਼ਬਾਜ਼ੀ ਤੇ ਪਟਾਕੇ ਚਲਾਏ ਗਏ। ਇੱਕ ਪਟਾਕਾ ਮੁਹੰਮਦ ਦੀਨ ਹਿੰਦੂ ਦੇ ਹੱਥ ਵਿੱਚ ਹੀ ਚੱਲ ਗਿਆ, ਜਿਸ ਨਾਲ ਉਹਨਾਂ ਦਾ ਹੱਥ ਉੱਡ ਗਿਆ। ਹਸਪਤਾਲ ਵਿੱਚ ਮਰੀਜ਼ ਦਾ ਨਾਂ ਮੁਹੰਮਦ ਦੀਨ ਹੀ ਲਿਖਾਇਆ ਗਿਆ ਸੀ। ਬਾਬਾ ਹਰਨਾਮ ਸਿੰਘ ਇਸ ਤਰ੍ਹਾਂ ਆਪਣੇ ਦੇਸ਼ ਦੀ ਗੁਲਾਮੀ ਦੇ ਸੰਗਲ ਕੱਟਣ ਦੀਆਂ ਤਿਆਰੀਆਂ ਸਿੱਖਣ ਵਿੱਚ ਆਪਣੀ ਬਾਂਹ ਗਵਾ ਬੈਠੇ ਤੇ ਟੁੰਡੇ ਹੋ ਗਏ, ਪਰ ਇਨਕਲਾਬੀ ਘੋਲ ਤੋਂ ਪੈਰ ਪਿੱਛੇ ਨਾ ਪਾਇਆ। ਉਸ ਦਿਨ ਤੋਂ ਲੈ ਕੇ ਉਹਨਾਂ ਦੇ ਸਾਥੀ ਉਹਨਾਂ ਨੂੰ ਟੁੰਡੀ ਲਾਟ ਕਹਿੰਦੇ ਤੇ ਲਿਖਦੇ ਹਨ। ਕਿਤਾਬ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ, ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ, ਭਾਗ 18ਵਾਂ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।